ਹੈਲੋ ਸਟੂਡੈਂਟਸ, ਸਵਾਗਤ ਹੈ ਤੁਹਾਡਾ ਸਾਈ-ਫਾਈ ਸਟੱਡੀ ਦੇ ਉੱਪਰ। ਆਪਾਂ ਇਸ ਚੈਨਲ ਉੱਪਰ ਈਟੀਟੀ ਕੇਡਰ ਪੇਪਰ ਸਾਇੰਸ ਦੀ ਪ੍ਰੈਪਰੇਸ਼ਨ ਕਰ ਰਹੇ ਹਾਂ। ਆਈ ਹੋਪ ਤੁਹਾਨੂੰ ਸਭ ਨੂੰ ਵੀਡੀਓਜ਼ ਅੱਛੀਆਂ ਲੱਗ ਰਹੀਆਂ ਹੋਣਗੀਆਂ। ਅਗਰ ਵੀਡੀਓ ਸਮਝ ਲੱਗ ਰਹੀਆਂ ਨੇ ਤਾਂ ਉਹਨਾਂ ਨੂੰ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ ਐਂਡ ਚੈਨਲ ਨੂੰ ਸਬਸਕ੍ਰਾਈਬ ਕਰੋ। ਹਾਂਜੀ, ਆਪਣਾ ਜਿਹੜਾ ਟੌਪਿਕ ਸੀਗਾ ਉਹ ਸੀਗਾ ਮੈਟਰ ਅਰਾਊਂਡ ਅਸ ਪਿਓਰ ਔਰ ਇੰਪਿਓਰ। ਅੱਜ ਆਪਾਂ ਉਹਦਾ ਸੈਕਿੰਡ ਪਾਰਟ ਲੈ ਕੇ ਆਏ ਹਾਂ, ਮੈਥਡ ਆਫ ਸੈਪਰੇਟਿੰਗ ਮਿਕਸਚਰ। ਜੀ ਜੋ ਵੀ ਆਪਣਾ ਆਲੇ ਦੁਆਲੇ ਆਪਾਂ ਮਿਕਸਚਰ ਦੇਖਦੇ ਹਾਂ, ਮਿਕਸਚਰ ਕੀ ਹੁੰਦੇ ਆ? ਜਿਹੜੇ ਦੋ ਜਾਂ ਦੋ ਤੋਂ ਵੱਧ ਚੀਜ਼ਾਂ ਨੂੰ ਮਿਲਾ ਕੇ ਜਿਹੜੀ ਚੀਜ਼ ਬਣਦੀ ਆ ਉਹ ਕੀ ਹੁੰਦਾ? ਮਿਕਸਚਰ। ਅਤੇ ਆਪਾਂ ਨੂੰ ਕੀ ਆ, ਉਹਨਾਂ ਨੂੰ ਸੈਪਰੇਟ ਕਰਨ ਦੇ ਤਰੀਕੇ ਪੜ੍ਹਨੇ ਆ ਕਿ ਆਪਾਂ ਕਿਵੇਂ ਉਹਨਾਂ ਨੂੰ ਅਲੱਗ-ਅਲੱਗ ਕਰ ਸਕਦੇ ਹਾਂ। ਇਹਦੇ ਵਿੱਚ ਕੁਛ ਆਪਣੇ ਇੰਪੋਰਟੈਂਟ ਜਿਹੜੇ ਮੈਥਡ ਨੇਗੇ ਉਹਨਾਂ ਨੂੰ ਡਿਸਕਸ ਕਰਾਂਗੇ ਅੱਜ ਆਪਾਂ। ਸਭ ਤੋਂ ਫਸਟ ਆਪਣਾ ਹੈਗਾ ਇਵੈਪੋਰੇਸ਼ਨ। ਇਵੈਪੋਰੇਸ਼ਨ ਕੀ ਚੀਜ਼ ਹੈ? ਦੇਖੋ ਪਹਿਲਾਂ ਆਪਾਂ ਇਹਨੂੰ ਪੜ੍ਹਦੇ ਹਾਂ, ਫਿਰ ਪੰਜਾਬੀ ਦੇ ਵਿੱਚ ਸਮਝਾਂਗੇ। ਇਵੈਪੋਰੇਸ਼ਨ ਕੀ ਹੈ? ਬੋਇਲਿੰਗ ਪੁਆਇੰਟ ਆਫ ਲਿਕੁਇਡ ਇਜ਼ ਦਾ ਮਿਨੀਮਮ ਟੈਂਪਰੇਚਰ ਐਟ ਵਿਚ ਦਾ ਲਿਕੁਇਡ ਬਿਗਿਨਸ ਟੂ ਬੋਇਲ। ਬੋਇਲਿੰਗ ਪੁਆਇੰਟ ਕੀ ਹੁੰਦਾ? ਜਿਹਦੇ ਉੱਪਰ ਇਹ ਘੱਟ ਤੋਂ ਘੱਟ ਟੈਂਪਰੇਚਰ ਹੈ, ਘੱਟ ਤੋਂ ਘੱਟ ਉਹ ਤਾਪਮਾਨ ਜਿਹੜਾ ਆਪਾਂ ਕਿਸੇ ਵੀ ਤਰਲ ਪਦਾਰਥ ਨੂੰ ਦਿੰਦੇ ਹਾਂ ਅਤੇ ਉਹ ਉਬਲਣਾ ਸ਼ੁਰੂ ਹੋ ਜਾਂਦਾ। ਉਬਾਲਣ ਦਰਜਾ ਕਹਿੰਦੇ ਆਪਾਂ ਬੋਇਲਿੰਗ ਪੁਆਇੰਟ ਨੂੰ। ਤਾਂ ਉਹ ਕੀ ਹੋਊਗਾ? ਬੋਇਲਿੰਗ ਪੁਆਇੰਟ। ਜਿਵੇਂ ਆਪਾਂ ਨੂੰ ਪਤਾ ਕਿ ਪਾਣੀ ਆ ਜਿਹੜਾ ਉਹ ਕੀ ਹੈ 100 ਡਿਗਰੀ ਸੈਲਸੀਅਸ 'ਤੇ ਉਬਲਣਾ ਸ਼ੁਰੂ ਹੋ ਜਾਂਦਾ। ਤਾਂ ਇਹੀ MCQ ਹੈਗਾ, ਇਹ ਪੁੱਛਿਆ ਜਾ ਸਕਦਾ ਕਿ ਪਾਣੀ ਆ ਜਿਹੜਾ ਕਿੰਨੇ ਟੈਂਪਰੇਚਰ 'ਤੇ ਉਬਲਣਾ ਸ਼ੁਰੂ ਹੋ ਜਾਂਦਾ ਹੈ? 100 ਡਿਗਰੀ ਸੈਲਸੀਅਸ। ਤਾਂ ਜਦੋਂ ਕੀ ਹੈ ਇਸ ਟੈਂਪਰੇਚਰ ਤੋਂ ਜ਼ਿਆਦਾ ਆਪਾਂ ਟੈਂਪਰੇਚਰ ਦੇਵਾਂਗੇ, ਠੀਕ ਹੈ, ਤਾਂ ਕੀ ਹੋਊਗਾ? ਪਾਣੀ ਆ ਜਿਹੜਾ ਭਾਫ਼ ਬਣ ਕੇ ਉੱਪਰ ਨੂੰ ਉੱਡਣ ਲੱਗ ਜੂਗਾ। ਤਾਂ ਜਦੋਂ ਪਾਣੀ ਭਾਫ਼ ਬਣ ਕੇ ਉੱਪਰ ਨੂੰ ਉੱਡਦਾ ਹੈ, ਉਸੇ ਪ੍ਰੋਸੈਸ ਨੂੰ ਆਪਾਂ ਕਹਿੰਦੇ ਹਾਂ ਇਵੈਪੋਰੇਸ਼ਨ। ਇਵੈਪੋਰੇਸ਼ਨ ਦਾ ਮਤਲਬ ਹੁੰਦਾ ਬਾਸ਼ਪੀਕਰਨ, ਕਿ ਭਾਫ਼ ਬਣ ਕੇ ਪਾਣੀ ਕੀ ਹੈ ਉੱਪਰ ਉੱਡ ਗਿਆ। ਦੇਖੋ ਇਹਨੂੰ ਆਪਾਂ ਕਿਵੇਂ ਪ੍ਰਿਪੇਅਰ ਕਰਾਂਗੇ? ਪਹਿਲਾਂ ਆਪਾਂ ਮਿਕਸਚਰ ਬਣਾਵਾਂਗੇ। ਮਿਕਸਚਰ ਆਪਾਂ ਨੇ ਕਿਵੇਂ ਬਣਾਇਆ? ਆਪਾਂ ਨੇ ਕੋਈ ਸੋਲਿਊਸ਼ਨ ਲਿਆ ਬੀਕਰ ਦੇ ਵਿੱਚ, ਅਤੇ ਉਹਨੂੰ ਕੀ ਹੈ ਗਲਾਸ ਰੋਡ ਦੇ ਨਾਲ ਘੋਲਤਾ ਸੋਲਿਊਸ਼ਨ ਨੂੰ, ਠੀਕ ਹੈ। ਘੋਲ ਕੇ ਆਪਾਂ ਨੇ ਕੀ ਆ ਚਾਈਨਾ ਡਿਸ਼ ਦੇ ਵਿੱਚ ਪਾ ਲਿਆ। ਫਿਰ ਆਪਾਂ ਨੇ ਕੀ ਹੈ ਇਵੈਪੋਰੇਸ਼ਨ ਪ੍ਰੋਸੈਸ ਸਟਾਰਟ ਕੀਤੀ। ਇਵੈਪੋਰੇਸ਼ਨ ਪ੍ਰੋਸੈਸ ਦੇ ਵਿੱਚ ਕੀ ਹੁੰਦਾ ਕਿ ਆਪਾਂ ਨੇ ਹੀਟ ਦੇਣੀ ਸ਼ੁਰੂ ਕੀਤੀ ਇੱਥੋਂ, ਅਤੇ ਕੀ ਆ ਭਾਫ਼ ਬਣ ਕੇ ਉੱਪਰ ਉੱਡਣ ਲੱਗ ਗਿਆ। ਇਸ ਪ੍ਰੋਸੈਸ ਨੂੰ ਕਹਿੰਦੇ ਆਪਾਂ ਬਾਸ਼ਪੀਕਰਨ, ਇਵੈਪੋਰੇਸ਼ਨ। ਇਸ ਪ੍ਰੋਸੈਸ ਨਾਲ ਆਪਾਂ ਕੀ ਕਰਦੇ ਹਾਂ? ਸੀ ਵਾਟਰ ਦੇ ਵਿੱਚੋਂ ਸਾਲਟ ਨੂੰ ਵੱਖਰਾ ਕਰਦੇ ਹਾਂ। ਦੇਖੋ ਸਾਲਟ ਰਹਿ ਗਿਆ, ਜਿਹੜਾ ਪਾਣੀ ਸੀਗਾ ਉਹ ਕੀ ਹੋ ਗਿਆ? ਭਾਫ਼ ਬਣ ਕੇ ਉੱਪਰ ਉੱਡ ਗਿਆ। ਕਲੀਅਰ? ਇਹ ਸੀ ਇਵੈਪੋਰੇਸ਼ਨ। ਨੈਕਸਟ ਪ੍ਰੋਸੈਸ ਆਪਣੇ ਕੋਲ ਹੈਗੀ ਹੈ ਸੈਪਰੇਟਿੰਗ ਫਨਲ ਮੈਥਡ। ਹੁਣ ਸੈਪਰੇਟਿੰਗ ਫਨਲ ਮੈਥਡ ਦੇ ਵਿੱਚ ਆਪਾਂ ਕੀ ਕਰਦੇ ਹਾਂ? ਆਪਾਂ ਕੁਛ ਇਹੋ ਜਿਹੇ ਮਿਕਸਚਰ ਲੈ ਲੈਂਦੇ ਹਾਂ ਜਿਹੜੇ ਕਿ ਇੱਕ ਦੂਜੇ ਦੇ ਵਿੱਚ ਘੁਲਦੇ ਨਹੀਂ, ਠੀਕ ਹੈ। ਫੋਰ ਐਗਜ਼ਾਮਪਲ ਜਿਵੇਂ ਆਪਾਂ ਪਾਣੀ ਲੈ ਲਈਏ, ਤੇਲ ਲੈ ਲਈਏ, ਉਹਦੇ ਵਿੱਚ ਆਪਾਂ ਕੀ ਹੈਗਾ ਸੋਇਲ ਪਾ ਦਈਏ, ਇਹ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਈਏ। ਮਿਕਸ ਕਰਕੇ ਆਪਾਂ ਕੀ ਕਰਾਂਗੇ? ਇਸ ਤਰ੍ਹਾਂ ਦੀ ਇੱਕ ਸੈਪਰੇਟਿੰਗ ਫਨਲ ਹੁੰਦੀ ਹੈ, ਫਨਲ ਕੁੱਪੀ ਜੀ ਦੀ ਤਰ੍ਹਾਂ, ਠੀਕ ਹੈ। ਇੱਥੇ ਕੀ ਹੈ ਸਟੋਪ ਕੋਰਕ ਲੱਗਿਆ ਹੁੰਦਾ ਕਿ ਇਹਦੇ ਨਾਲ ਆਪਾਂ ਇਹਨੂੰ ਖੋਲ੍ਹ ਕੇ ਲਿਕੁਇਡ ਨੂੰ ਨੀਚੇ ਲੈ ਕੇ ਆ ਸਕਦੇ ਹਾਂ ਅਤੇ ਇਹਨੂੰ ਬੰਦ ਕਰ ਸਕਦੇ ਹਾਂ। ਇਸ ਟੈਕਨੀਕ ਦੇ ਵਿੱਚ ਕੀ ਹੁੰਦਾ ਹੈ? ਦੇਖੋ ਐਗਜ਼ਾਮਪਲ ਦਿੱਤੀ ਇਹਨਾਂ ਨੇ, ਕਹਿੰਦੇ ਆਪਾਂ ਇੱਕ ਸੈਪਰੇਟਿੰਗ ਫਨਲ ਲੈ ਲਈ, ਆਹ ਵਾਲੀ ਸੈਪਰੇਟਿੰਗ ਫਨਲ ਹੈ। ਇਹਦੇ ਵਿੱਚ ਆਪਾਂ ਨੇ ਕੀ ਕੀਤਾ? ਪਾਣੀ ਪਾਇਆ, ਕੈਰੋਸੀਨ ਦਾ ਆਇਲ ਪਾਇਆ ਇਸ ਸੈਪਰੇਟਿੰਗ ਫਨਲ ਦੇ ਵਿੱਚ, ਠੀਕ ਹੈ। ਤਾਂ ਕੀ ਹੋਇਆ? ਦੇਖੋ ਇਹ ਦੋਨੇ ਕੀ ਸੀ? ਇਮਿਜ਼ੀਬਲ ਲਿਕੁਇਡ ਸੀ, ਮਤਲਬ ਕਿ ਇੱਕ ਦੂਸਰੇ ਵਿੱਚ ਘੁਲਦੇ ਨਹੀਂ ਸੀ। ਤਾਂ ਇਹਨਾਂ ਦੀਆਂ ਕੀ ਲੇਅਰਸ ਬਣ ਗਈਆਂ। ਜਿਹੜੀ ਬਲਿਊ ਕਲਰ ਦੀ ਲੇਅਰ ਹੈ ਇਹ ਕਿਹਦੀ ਹੈ? ਵਾਟਰ ਦੀ। ਜਿਹੜੀ ਆਹ ਵਾਲੀ ਪਿੰਕ ਲੇਅਰ ਹੈ ਇਹ ਕਿਹਦੀ ਹੈ? ਕੈਰੋਸਿਨ ਆਇਲ ਦੀ। ਤਾਂ ਆਪਾਂ ਇਹਦੇ ਵਿੱਚ ਕੀ ਕਰਾਂਗੇ? ਜਿਹੜੀ ਤਾਂ ਹੈਵੀ ਚੀਜ਼ ਹੋਊਗੀ, ਦੇਖੋ ਵਾਟਰ ਵਿਗੇਨ ਹੈਵੀਅਰ ਦੈਨ ਕੈਰੋਸਿਨ ਆਇਲ, ਠੀਕ ਹੈ। ਤਾਂ ਜਿਹੜੀ ਚੀਜ਼ ਹੈਵੀ ਹੋਊ ਨੀਚੇ ਆ ਜਾਊ, ਜਿਹੜੀ ਹਲਕੀ ਚੀਜ਼ ਹੋਊਗੀ ਉਹ ਕੀ ਹੈ ਉੱਪਰ ਚਲੀ ਜਾਊਗੀ। ਤਾਂ ਆਪਾਂ ਕੀ ਕਰਾਂਗੇ? ਇੱਥੋਂ ਕੀ ਹੈ ਕੋਰਕ ਨੂੰ ਓਪਨ ਕਰ ਦਾਂਗੇ। ਕੋਰਕ ਓਪਨ ਕਰਕੇ ਨੀਚੇ ਆਪਾਂ ਨੇ ਬੀਕਰ ਰੱਖ ਲਿਆ। ਇਹਦੇ ਵਿੱਚ ਇੱਕ ਲਿਕੁਇਡ ਕੀ ਕਰ ਲਿਆ ਆਪਾਂ ਨੇ? ਕਲੈਕਟ ਕਰ ਲਿਆ, ਠੀਕ ਹੈ। ਇੱਕ ਲਿਕੁਇਡ ਇਕੱਠਾ ਕਰ ਲਿਆ, ਅਤੇ ਜਦੋਂ ਇਹ ਸਾਰਾ ਲਿਕੁਇਡ ਨੀਚੇ ਆ ਗਿਆ ਤਾਂ ਆਪਾਂ ਕੋਰਕ ਨੂੰ ਬੰਦ ਕਰ ਦਾਂਗੇ। ਦੂਸਰਾ ਲਿਕੁਇਡ ਆਪਾਂ ਅਲੱਗ ਦੇ ਬੀਕਰ ਵਿੱਚ ਸੈਪਰੇਟ ਆਊਟ ਕਰ ਲਾਂਗੇ। ਇਸ ਤਰ੍ਹਾਂ ਕੀ ਹੈਗਾ ਆਪਾਂ ਦੋ ਲਿਕੁਇਡ ਨੂੰ ਜਿਹੜੇ ਇਮਿਜ਼ੀਬਲ ਹੋਣਗੇ, ਮਤਲਬ ਕਿ ਘੁਲਦੇ ਨਹੀਂ ਜਿਹੜੇ ਆਪਣੇ ਆਪ ਵਿੱਚ ਇੱਕ ਦੂਸਰੇ ਵਿੱਚ, ਉਹਨਾਂ ਨੂੰ ਆਪਾਂ ਸੈਪਰੇਟ ਕਰ ਸਕਦੇ ਹਾਂ ਬਾਏ ਸੈਪਰੇਟਿੰਗ ਫਨਲ ਮੈਥਡ। ਕਲੀਅਰ ਹੈ ਜੀ? ਨੈਕਸਟ ਆਪਣੇ ਕੋਲ ਹੈਗਾ ਸਬਲੀਮੇਸ਼ਨ। ਸਬਲੀਮੇਸ਼ਨ ਦੇਖੋ ਕੀ ਚੀਜ਼ ਹੈ? ਸਬਲੀਮੇਸ਼ਨ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਆਪਾਂ 3 ਸਟੇਟ ਪੜ੍ਹੀਆਂ ਨੇ, ਠੋਸ, ਤਰਲ, ਗੈਸ। ਹਰ ਇੱਕ ਸਟੇਟ ਨੂੰ ਆਪਾਂ ਦੂਜੀ ਸਟੇਟ ਦੇ ਵਿੱਚ ਚੇਂਜ ਕਰ ਸਕਦੇ ਹਾਂ। ਆਪਾਂ ਨੇ ਕੁਐਸਚਨ ਵੀ ਆ ਸਕਦਾ ਹੈ ਕਿ ਜਿਹੜੀਆਂ ਤਿੰਨੇ ਸਟੇਟ ਨੇ ਉਹ ਕੀ ਨੇ? ਇੰਟਰ ਰਿਲੇਟਡ ਨੇ। ਇੰਟਰ ਰਿਲੇਟਡ ਮਤਲਬ ਸੰਬੰਧਿਤ ਨੇ ਆਪਸ ਦੇ ਵਿੱਚ। ਹਰ ਇੱਕ ਸਟੇਟ ਨੂੰ ਆਪਾਂ ਦੂਜੀ ਦੇ ਵਿੱਚ ਚੇਂਜ ਕਰ ਸਕਦੇ ਹਾਂ। ਤਾਂ ਸਬਲੀਮੇਸ਼ਨ ਕਿਹੜੀ ਸਟੇਟ ਆ? ਇਹ ਇਹੋ ਜਿਹੀ ਸਟੇਟ ਹੈ ਜਿਹਦੇ ਵਿੱਚ ਆਪਾਂ ਦੇਖੋ ਜੇ ਆਪਾਂ ਸਟੇਟ ਵਾਈਜ਼ ਪੜ੍ਹੀਏ ਤਾਂ ਆਪਾਂ ਪਹਿਲਾਂ ਕੀ ਕਰਦੇ ਹਾਂ? ਸੋਲਿਡ ਨੂੰ ਲਿਕੁਇਡ ਬਣਾਉਣੇ ਆ, ਫਿਰ ਲਿਕੁਇਡ ਨੂੰ ਆਪਾਂ ਗੈਸ ਬਣਾਉਣੇ ਆ। ਪਰ ਸਬਲੀਮੇਸ਼ਨ ਦੇ ਵਿੱਚ ਕੀ ਹੁੰਦਾ ਹੈ? ਆਪਾਂ ਡਾਇਰੈਕਟ ਸੋਲਿਡ ਤੋਂ ਗੈਸ ਬਣਾ ਦਿੰਦੇ ਹਾਂ। ਇਹਦੇ ਵਿੱਚ ਵਿਚਾਲੇ ਲਿਕੁਇਡ ਆ ਜਿਹੜਾ ਉਹ ਨਹੀਂ ਬਣਦਾ।
क्लीयर। तो जे आपां नूं आ जाए कि वो वाली टैकनीक जिहदे विच आपां सॉलिड तो ठोस तो सीधा गैस नूं चेंज करदे हां, वो की हुंदी अपनी सब्लीमेशन। देखो एवें लिखिआ है, फेस चेंज इन विच अ सबसटेंस चेंज फ्रॉम अ सॉलिड टू गैस और वेपर्स। सीधा गैस चेंज हो गया, विच बचा लिखिआ लिक्विड नहीं बनिया, उहनूं आपां कहने सब्लीमेशन। यह की एक एंडोथर्मिक प्रोसैस है। हुण प्रोसैसां दो तरह दी हुंदियां ने, एक एंडोथर्मिक एक एक्सोथर्मिक। एक्सो का मतलब बाहर निकलना, जिहदे विच हीट बाहर निकलती है उन्होंने आपां कहने एक्सोथर्मिक। जिहदे विच आपां नूं हीट देनी पैंदी है, ऑबजर्व हुंदी है हीट, उन्होंने कहने आपां एंडोथर्मिक। ठीक है। सब्लीमेशन दी एग्जांपल्स की ने, जिवें अपने घरे हुंदियां ने जिहड़ियां आपां कपड़ियां च रखदे हां, नैपथलीन बॉल्स कहने जिन्होंने आपां नैपथलीन दीयां गोलियां, वो कि सॉलिड हुंदियां ने, ठोस हुंदियां ने। वो जे आपां हवा दे विच रख दईए डायरैक्ट की है गैस बन जांदियां ने, वेपर क्लाउड। होर इहदी एग्जांपल की है ड्राई आइस। ठीक है। ड्राई आइस का एक MCQ हो सकता है, ड्राई आइस का होर दूजा नाम की है सॉलिड कार्बन डाईऑक्साइड। ड्राई आइस नूं आपां होर की कहने आ, सॉलिड कार्बन डाईऑक्साइड। क्लीयर जी। नैक्सट देखो अपने कोले, नैक्सट है डिपोजिशन। डिपोजिशन की है, बिल्कुल उल्टी प्रोसैस है किहदी, सब्लीमेशन दी। उहदे विच आपां की करदे सी, सॉलिड तो डायरैक्ट की करदे सी आपां गैस दे वेपर्स बनाउंदे सी। इहदे विच की करदे आ, अपोजिट, गैस तो की करदे आ डायरैक्ट सॉलिड बनाउणे आपां, गैस तो डायरैक्ट सॉलिड, उहनूं की कहने आपां डिपोजिशन। ठीक है। इहदे विच भी की है, लिक्विड चेंज नहीं हुंदा हैगा, सीधा गैस तो की बनदा, सॉलिड बनदा। इहदी एग्जांपल भी आपां ड्राई आइस लै सकदे हां। ठीक है। वाटर दे वेपर्स लै सकदे हां, कूल करके उन्हां नूं सीधा आपां जिहड़ी आइस आ बना दईए। नैक्सट अपने कोल हैगा वेपोराइजेशन। हुण वेपोराइजेशन यही प्रोसैस है जिहदे विच आपां की करदे हां, इहदे विच की करदे आपां लिक्विड तो गैस बनाउणे आ, लिक्विड तो गैस। जिवें अपने कोल समुद्रां दा पानी भाप बन के उपर उड़ जांदा, वो की है वेपोराइजेशन। इवैपोराइजेशन ते वेपोराइजेशन सेम ही प्रोसैस हुंदी आ। ठीक है। इहदे विच आपां बॉयल करदे हां ते इवैपोरेशन करदे हां, ये दोनों इहदे टाइप ही ने वेपोराइजेशन दे। बॉयलिंग दे विच सिर्फ उस पॉइंट तक जदों तक कि कोई लिक्विड उबल सकदा। इवैपोरेशन दे विच भी आपां बॉयलिंग पॉइंट तो ज़्यादा टैंपरेचर दे रहे हां, जिहदे करके वो भाप बन के उड़ जांदा। क्लीयर। नैक्सट अपने कोल हैगी है फिल्ट्रेशन। हुण फिल्ट्रेशन दे विच आपां की करदे हां, देखो ये की कॉमन यूज़ की जाने वाली प्रोसैस, आपां घरां दे विच भी इहनूं यूज़ कर सकदे हां। यह की एक फिजिकल प्रोसैस है जिहदे विच आपां सॉलिड नूं फ्लूइड्स तो, फ्लूइड किन्हां नूं कहने आपां, जिहड़ियां चीज़ां मूव कर सकदियां ने, जिवें लिक्विड ते गैस, ये दोने किहदे विच आउंदे ने, फ्लूइड दे विच आउंदे आ। ठीक है। आपां की है सॉलिड्स नूं फ्लूइड तो वखरा करांगे। किवें वखरा करांगे, फॉर एग्जांपल आपां ने कॉफ़ी लै ली, चाह लै ली आपां ने, तो आपां नूं पता कि चाह पत्ती पाई आपां ने विच, फिर चाह पत्ती नूं आपां चाह दे लिक्विड फॉर्म तो किवें वख करदे हां, चाह भुन्नी दे नाल। ठीक है। वो की करदी है, फिल्टर करदी है, चाह पत्ती दे लीव्स नूं अलग कर दिंदी है, जिहड़ा लिक्विड चाह गी उहनूं अलग कर दिंदी है। तो प्रोसैस का नाम की है, फिल्टरेशन। जिहड़ी आपां रोज़ यूज़ कर रहे हैं उहनूं की कहने आपां, फिल्टरेशन कहने आ। क्लीयर है। नैक्सट अपने कोल हैगी है क्रोमैटोग्राफी। क्रोमैटोग्राफी एक बहुत वधिया टैकनीक है। देखो पहलां आपां देखदे हां कि क्रोमैटोग्राफी हुंदी की है। इहदे विच आपां करदे हां, सैपरेट करदे हां कंपोनेंट मिक्सचर दे दो फेसिस यूज़ करदे आपां इहदे विच। एक मोबाइल फेस जिहड़ा कि मूव करदा है, गतिशील हुंदा, एक स्टेशनरी जिहड़ा खड़ा हुंदा सॉलिड। दो तरह के फेस यूज़ करदे आपां, एक मोबाइल फेस, एक की करदे हां स्टेशनरी फेस। पहलां आपां इहदी डायग्राम देख के समझदे हां की हुंदी है क्रोमैटोग्राफी। इस तरह नाल हुंदी है कि आपां एक पेपर स्ट्रिप लैने आ। ठीक है। पेपर स्ट्रिप के उपर आपां एक इत्थे पॉइंट लाउने आ, ब्लैक कलर का पॉइंट जिहड़ा लग्या है, पेंसिल दे नाल मार्क करदे हां। फिर आपां की करदे हां, दो तीन मिक्सचर लैके, किसी भी सल्यूशन नूं लैके इत्थे की है पॉइंट लगा दिंदे उन्हां दे, जिवें दो तीन तरह की इंक लै ली आपां ने, इंक दे की है पॉइंट लगाते इहदे उपर। हुण आपां इहनूं सैपरेट करांगे। आपां की करदे हां, ग्लास टेप दे नाल इहनूं की है इस बीकर दे विच पाता, इहदे विच की पाया है, सल्यूशन पाया होया। आपां नूं पता कहना जिहड़ा सल्यूशन है वाटर वाला, एक ही है मोबाइल फेज है जिहड़ा मूव करूगा, तो आह जिहड़ी स्ट्रिप विच पई है कि स्टेशनरी फेज है। हुण की है पानी आपां नूं पता भी उपर राइज करना शुरू कर दिंदा है, तो पेपर दे विच उपर पानी राइज करना शुरू हो जाऊगा। तो जिहड़ी पेपर की स्ट्रिप है उहदे विच जिहड़े आपां ने कलर लै सी, आपां नूं डिफरेंट अलग अलग जगह ते ओह कलर दिखाई देणगे। जिवें आपां डाई है जिहड़ी सैपरेट कर ली, ब्लैक इंक तीन इंक दे विच टुट गई, जिहड़े तीन कंपोनेंट आपां ने लए सी।
ਇਹ ਪ੍ਰੋਸੈਸ ਨੂੰ ਕੀ ਕਹਿੰਦੇ ਆਪਾਂ, क्रोमैटोग्राफी। ठीक है, यह सारी प्रोसैस ही एक्सप्लेन की हुई है। हुण इहदे विच यही चीज़ लिखी है कि क्रोमैटोग्राफी की एक्सप्लेनेशन की है कि इहदे विच एक स्टेशनरी फेज हुंदा जिहड़ा हमेशा खड़ा रहिंदा, एक मोबाइल फेज है जिहड़ा कि स्टेशनरी फेज दे विचों दी पास होके जांदा है। ठीक है, मोबाइल फेज सोलवेलाइज द कंपोनेंट्स, मोबाइल फेज दे विचों घुल जांदे ने सारे कंपोनेंट जिहड़े आपां ने लए ने, फिर ओह की है उपर नूं राइज करने स्टार्ट कर दिंदे है। यही की सी अपने कोले क्रोमैटोग्राफी। नैक्सट अपने को हैगी डिस्टिलेशन। डिस्टिलेशन की प्रोसैस है, ये आप प्योर सबसटांस कलैक्ट करते हैं। वैसे सब तो ज़्यादा यूजफुल टैक्नीक पूछ लिया जाए कि तो क्रोमैटोग्राफी जी सब तो ज़्यादा यूजफुल टैक्नीक है जी अजकल के मॉडर्न प्रोसैस के यूज़ की जाती है। नैक्सट है अपने को डिस्टिलेशन। ये की होंगे, यह कि एक ऑर्गैनिक प्रोसैस है जिद आप दो या दो तो वध लिक्विड नूं सैपरेट करते हैं। सैपरेट काहदे बेस ते करते हैं, मेन पॉइंट यह है कि उन्होंने बॉयलिंग पॉइंट के विच फर्क होंगे। ठीक है, आप दो सल्यूशन ले उन्होंने घोल लिया तो उन्होंने कि आप बॉयल करना स्टार्ट करता। मान लो एक है जो बॉयलिंग पॉइंट है 100 डिग्री सैल्सीयस, दूजा जो बॉयलिंग पॉइंट है 120 डिग्री सैल्सीयस। तो आप पहले 100 तक बॉयल करांगे, वो कि आप बन के उड़ जूगा। 100 तो उपर बॉयल करांगे आप, मान लो 101 तक करता, 102 तक करता, वो की है बॉयलिंग पॉइंट तो ज़्यादा टैंपरेचर हो गया, वैपर्स बन के उड़ जूगा। दूजे पासे आप कंडेंसेशन के नाल ठंडा करके उन्होंने कलैक्ट कर लाँगे। फिर आप जो 120 तो वध लैके गए टैंपरेचर, तो ये वाला भी बॉयल हो जाऊगा। ठीक है, इस तरह नाल कि आप डिस्टिलेशन के इन्हों की लिक्विड्स नूं सैपरेट आउट कर सकते, इम्प्योर तो प्योर फॉर्म लैके आ सकते हैं आप। ठीक है, हुण देखो होंगी फ्रैक्शनल डिस्टिलेशन। फ्रैक्शनल डिस्टिलेशन इस तरह नाल ही होंदी है कि आपां ने काफ़ी सारे कंपोनेंट्स ले ले फ्रैक्शनस दे विच, ਆਪਾਂ ਨੇ ਕਹਿੰਦਾ ਉਹਨੂੰ ਕੀ ਬੋਇਲ ਕਰਕੇ, ਮੰਨ ਲਓ ਇੱਥੇ ਕੋਈ ਹੋਰ ਲਿਕੁਇਡ ਲੈ ਲਿਆ ਆਪਾਂ ਨੇ, ਇੱਥੇ ਕੋਈ ਹੋਰ ਲੈ ਲਿਆ, ਇੱਥੇ ਕੋਈ ਹੋਰ, ਇਹਨਾਂ ਤਿੰਨਾਂ ਦਾ ਜਿਹੜਾ ਬੋਇਲਿੰਗ ਪੁਆਇੰਟ ਸੀ ਉਹ ਕੀ ਸੀ, ਅਲੱਗ-ਅਲੱਗ ਸੀ। ਪਹਿਲਾਂ ਆਪਾਂ ਨੇ ਇਹਦੇ ਜਿੰਨਾ ਬੋਇਲਿੰਗ ਪੁਆਇੰਟ ਮੇਨਟੇਨ ਕੀਤਾ, ਇਹਨੂੰ ਸੈਪਰੇਟ ਕਰ ਲਿਆ, ਫਿਰ ਇਹਦੇ ਜਿੰਨਾ ਕੀਤਾ ਇਹਨੂੰ ਸੈਪਰੇਟ ਕਰ ਲਿਆ, ਫਿਰ ਇਹਨੂੰ ਸੈਪਰੇਟ ਕਰ ਲਿਆ। ਇਸ ਤਰ੍ਹਾਂ ਸੈਪਰੇਟ ਕਰਕੇ ਆਪਾਂ ਜਿਹੜੀ ਵਿਧੀ ਯੂਜ਼ ਕਰਦੇ ਉਹਨੂੰ ਕਹਿੰਦੇ ਆਪਾਂ ਡਿਸਟੀਲੇਸ਼ਨ, ਕਸ਼ੀਦਨ ਵਿਧੀ ਕਹਿੰਦੇ ਆ ਜਿਹਨੂੰ ਪੰਜਾਬੀ 'ਚ ਆਪਾਂ ਕਸ਼ੀਦਨ। ਹੁਣ ਦੇਖੋ ਸਿੰਪਲ ਡਿਸਟੀਲੇਸ਼ਨ ਕੀਤੀ ਸੀ ਜਿਹੜੀ ਆਪਾਂ ਨੇ, ਤੇ ਫ੍ਰੈਕਸ਼ਨਲ ਕੀਤੀ ਹੈ। ਇਹਨਾਂ ਦੇ ਵਿੱਚ ਫਰਕ ਕੀ ਹੈ दोनों के विच? जिहड़ी तो सिंपल डिस्टिलेशन है, ये आप मिजिबल लिक्विड दो चीज़ां सी बिल्कुल घुलदियां सी एक दूजी नाल वो लै लिया आपां ने। ठीक है, पर इन्हां दे विच टैंपरेचर डिफरेंस बहुत ज़्यादा होऊगा। मान लो भी जिवें एक दा 100 सी, एक दा 120 सी, टैंपरेचर डिफरेंस ज़्यादा सी, तां करके आपां पहली दा टैंपरेचर फिक्स कर लिया, उहनूं सैपरेट आउट कर लिया, फिर दूजे वाला लै लिया आपां ने टैंपरेचर, उहनूं सैपरेट आउट कर लिया। ठीक है, ये की होंगे सिंपल ऑपरेटर यूज़ करते हैं आप, जिवें फ्लास्का लै लिया दो, एक कंडेंसर लै लिया। कंडेंसर की करूगा, उन्होंने ठंडा करूगा, जोड़े वेपर्स बन के जाएंगे उन्होंने ठंडा करके इकट्ठा कर लूगा। ठीक है, जिवें आप सी वाटर नूं प्यूरीफाई करते हैं, ठीक है, पानी नूं प्यूरीफाई करते हैं, पानी के वेपर बन के उड़ जाते हैं, दूसरे पासे आप अलग पानी लैके उन्होंने ठंडा करके सैपरेट आउट कर लैंदे हैं। फ्रैक्शनल डिस्टिलेशन दे विच की हुंदा है, बॉयलिंग पॉइंट दे विच डिफरेंस बहुत घट हुंदा है। ठीक है, जो आप थोड़ा जहा भी बॉयलिंग पॉइंट बढ़ाता तो दोनों की सैपरेट हो जाएंगे। इस करके आपको ध्यान रखना पैंदा, तो ये आपको कंपलैक्स ज़्यादा हाई क्वालिटी वाले अपरेट्स अपने यूज़ करने पैंदे ने, कॉलम अपरेट्स। ये काहदे वास्ते यूज़ किया जाता, जिवें आपां ने की है ऑयल वगैरह की रिफाइनिंग करनी है। ठीक है, उत्थे जिहड़ी प्रोसैस है यूज़ की जाती है। नैक्सट अपने को है क्रिस्टलाइजेशन। क्रिस्टलाइजेशन भी प्योर चीज़ लैन वास्ते आप यूज़ करते हैं। ये आप की करते हैं, जिवें इधर समझाया होया आपां नूं कि आपां ने की कीता, फर्स्टली आपां ने सल्यूशन सी जिहड़ा बना लिया, जिवें आपां ने कॉपर सल्फेट ले लिया, CuSO4 कॉपर सल्फेट ले लिया, इनू आपां ने की पानी दे विच पा लिया, पानी च घोल के सल्यूशन बना लिया। फिर आपां ने की कीता, इहदे विच कंसनट्रेटेड H2SO4 पाता। ठीक है, आपां की चाहुंदे आ कॉपर सल्फेट दे प्योर क्रिस्टल लैके आउणा चाहुंदे आपां, ये सल्यूशन बना लिया। फिर आपां ने इनू हीट करना शुरू करता, हीट करांगे नाल आपां स्टिरर करी जावांगे, विच स्टिरर पावांगे ग्लास रॉड जिहदे नाल आपां इनू घोली जावांगे, जिस तरह आपां कड़छी दे नाल सब्जी घोलदे आ, इस तरह घोली जावांगे आपां। तां आपां देखांगे कि इहदा कुछ सॉलिड चीज़ बन जू, इहदी जिहड़ी वो सॉलिड चीज़ नीचे बैठ जूगी, जिन्होंने आपां फिल्टर पेपर दे नाल बाद चों फिल्टर आउट कर लांगे, अलग कढ लांगे पानी तो, वो की हुंदे ने क्रिस्टल। क्रिस्टलाइजेशन की प्रोसैस है जिहदे विच की है किसी भी सॉल्ट दे क्रिस्टल बनाए जाते हैं, प्रैसिपिटेट करके उन्होंने फ्रीज करके ਜਾਂ ਉਹਨਾਂ ਨੂੰ ਕੀ ਆਪਾਂ ਸੁਕਾ ਕੇ ਬਿਲਕੁਲ ਕੀ ਜਿਹੜੀ ਚੀਜ਼ ਮਿਲੂਗੀ ਆਪਾਂ ਉਹਨੂੰ ਕਹਿੰਦੇ ਆਪਾਂ ਕ੍ਰਿਸਟਲਸ। ਕਲੀਅਰ ਹੈ, ਇਹ ਕੀ ਕ੍ਰਿਸਟਲਾਈਜੇਸ਼ਨ ਪ੍ਰੋਸੈਸ ਹੈ। ਨੈਕਸਟ ਆਪਣੇ ਕੋਲ ਹੈਗੇ ਨੇ ਕੁਝ ਚੇਂਜਸ
ਫਿਜ਼ੀਕਲ ਚੇਂਜਸ ਔਰ ਕੈਮੀਕਲ ਚੇਂਜਸ। ਆਪਾਂ ਨੂੰ ਪਤਾ ਕਿ ਜਿੰਨੇ ਵੀ ਸਬਸਟੈਂਸ ਆਪਣੇ ਆਲੇ ਦੁਆਲੇ ਨੇ ਉਹਨਾਂ ਦੇ ਦੋ ਤਰ੍ਹਾਂ ਦੇ ਚੇਂਜ ਉਹਨਾਂ 'ਚ ਹੋ ਸਕਦੇ ਨੇ, ਫਿਜ਼ੀਕਲੀ ਵੀ ਹੋ ਸਕਦੇ ਨੇ, ਕੈਮੀਕਲੀ ਵੀ ਹੋ ਸਕਦੇ ਨੇ। ਹੁਣ ਆਪਾਂ ਦੇਖਦੇ ਹਾਂ ਕਿ ਫਿਜ਼ੀਕਲ ਅਤੇ ਕੈਮੀਕਲ ਦੇ ਵਿੱਚ ਫ਼ਰਕ ਕੀ ਹੈ। ਠੀਕ ਹੈ, ਫਿਜ਼ੀਕਲ ਚੇਂਜ ਮਤਲਬ ਜਿਵੇਂ ਕਲਰ ਚੇਂਜ ਹੋ ਗਿਆ, ਸਟੇਟ ਚੇਂਜ ਹੋ ਗਈ, ਸ਼ੇਪ ਚੇਂਜ ਹੋ ਗਿਆ, ਸਾਈਜ਼ ਚੇਂਜ ਹੋ ਗਿਆ, ਇਹ ਸਾਰੇ ਕੀ ਨੇ, ਕੁਆਂਟਿਟੀ ਚੇਂਜ ਹੋ ਗਈ, ਇਹ ਫਿਜ਼ੀਕਲ ਚੇਂਜ ਨੇ। ਠੀਕ ਹੈ, ਫਿਜ਼ੀਕਲ ਚੇਂਜ ਨੇ, ਜਿਵੇਂ ਫਿਜ਼ੀਕਲੀ ਜਿਵੇਂ ਆਪਾਂ ਦਿਖ ਰਹੀ ਹੈ ਆਪਣੀ ਬੋਡੀ, ਇਹ ਫਿਜ਼ੀਕਲ ਹੈ, ਆਪਣੀ ਬੋਡੀ ਫਿਜ਼ੀਕਲ ਹੈ। ਠੀਕ ਹੈ, ਤਾਂ ਕਹਿੰਦਾ ਸਬਸਟੈਂਸ ਅੰਡਰਗੋਇੰਗ ਚੇਂਜ ਅਲਟਰ ਟੈਂਪਰੇਰਲੀ ਬਟ ਐਕਚੁਅਲ ਕੰਪੋਜੀਸ਼ਨ ਐਂਡ ਮਾਸ ਅਨਚੇਂਜਡ, ਨੋ ਨਿਊ ਸਬਸਟੈਂਸ ਪ੍ਰੋਡਿਊਸਡ। ਠੀਕ ਹੈ, ਇਹਦੇ ਵਿੱਚ ਕੀ ਹੁੰਦਾ ਫਿਜ਼ੀਕਲ ਚੇਂਜ ਦੇ ਵਿੱਚ ਕਿ ਸਿਰਫ ਕਲਰ ਵਗੈਰਾ, ਸਟੇਟ ਵਗੈਰਾ ਚੇਂਜ ਹੁੰਦੀ ਹੈ। ਜਿਵੇਂ ਮੰਨ ਲਓ ਸੋਲਿਡ ਤੋਂ ਕੀ ਗੈਸ ਬਣ ਗਈ, ਪਰ ਇਹ ਹੈਗਾ ਨਾ ਕਿ ਆਪਾਂ ਗੈਸ ਤੋਂ ਵਾਪਸ ਸੋਲਿਡ ਬਣਾ ਸਕਦੇ ਹਾਂ, ਲਿਕੁਇਡ ਬਣਾ ਸਕਦੇ ਹਾਂ। ਯਾਨੀ ਕਿ ਫਿਜ਼ੀਕਲ ਚੇਂਜ ਰਿਵਰਸੀਬਲ ਹੁੰਦੇ ਨੇ। ਰਿਵਰਸੀਬਲ ਮਤਲਬ ਕਿ ਜਿਹੜੇ ਬੈਕ ਆ ਸਕਦੇ ਆ। ਠੀਕ ਹੈ, ਜਿਹੜੀ ਸਟੇਟ ਤੋਂ ਸ਼ੁਰੂ ਹੋਈ ਸੀ ਉਹ 'ਚ ਵਾਪਸ ਵੀ ਆਪਾਂ ਆ ਸਕਦੇ ਹਾਂ। ਜਿਸ ਤਰ੍ਹਾਂ ਇਵੈਪੋਰੇਸ਼ਨ ਆਫ ਵਾਟਰ, ਪਾਣੀ ਨੂੰ ਭਾਫ ਬਣਾ ਕੇ ਉਡਾਤਾ, ਵਾਪਸ ਆਪਾਂ ਭਾਫ ਤੋਂ ਪਾਣੀ ਵੀ ਲੈ ਕੇ ਆ ਸਕਦੇ ਹਾਂ। ਸੋਲਟ ਅਤੇ ਵਾਟਰ ਨੂੰ ਅਲੱਗ ਕਰਨਾ, ਇਹ ਸਾਰੀਆਂ ਕੀ ਨੇ, ਫਿਜ਼ੀਕਲ ਚੇਂਜਸ ਨੇ। ਕਿਸੇ ਚੀਜ਼ ਦਾ ਕਲਰ ਚੇਂਜ ਹੋ ਗਿਆ, ਠੀਕ ਹੈ, ਸਾਰੇ ਫਿਜ਼ੀਕਲ ਚੇਂਜ ਨੇ, ਵਾਪਸ ਵੀ ਉਹ ਕਲਰ ਆ ਸਕਦਾ। ਬਟ ਕੈਮੀਕਲ ਚੇਂਜ ਨੇ ਜਿਹੜੇ, ਉਹਦੇ ਵਿੱਚ ਕੀ ਨਵੀਂ ਚੀਜ਼ ਬਣ ਜਾਂਦੀ ਹੈ। ਜਿਸ ਤਰ੍ਹਾਂ ਨਾਲ ਕਿ ਦੁੱਧ ਤੋਂ ਦਹੀਂ ਦਾ ਬਣਨਾ। ਹੁਣ ਦੁੱਧ ਤੋਂ ਦਹੀਂ ਬਣ ਗਿਆ, ਦਹੀਂ ਤੋਂ ਵਾਪਸ ਦੁੱਧ ਨਹੀਂ ਨਾ ਆਪਾਂ ਬਣਾ ਸਕਦੇ, ਤਾਂ ਇਹਦਾ ਮਤਲਬ ਇਹ ਕੀ ਹੈ, ਨੋਨ ਰਿਵਰਸੀਬਲ, ਜਾਂ ਇਹਨੂੰ ਆਪਾਂ ਕਹਿ ਸਕਦੇ ਹਾਂ ਇਰਰਿਵਰਸੀਬਲ, ਜਿਹੜਾ ਚੇਂਜ ਵਾਪਸ ਨਹੀਂ ਹੋ ਸਕਦਾ। ਫੋਰ ਐਗਜ਼ਾਮਪਲ ਇਹਨਾਂ ਨੇ ਲਿਖਿਆ ਬਰਨਿੰਗ ਆਫ ਕੋਲ, ਜਿਵੇਂ ਆਪਾਂ ਕੋਲੇ ਨੂੰ ਜਲਾ ਦਈਏ। ਠੀਕ ਹੈ, ਆਪਾਂ ਕੋਲੇ ਨੂੰ ਜਲਾ ਦਈਏ, ਵਾਪਸ ਆਪਾਂ ਜਦੋਂ ਕੋਲਾ ਜਲਾਤਾ, ਉਹਦੀ ਰਾਖ ਤੋਂ ਆਪਾਂ ਕੋਲਾ ਨਹੀਂ ਨਾ ਬਣਾ ਸਕਦੇ। ਠੀਕ ਹੈ, ਜਿਵੇਂ ਆਪਾਂ ਮਿਲਕ ਤੋਂ ਦਹੀਂ ਬਣਾ ਲਈ, ਵਾਪਸ ਨਹੀਂ ਆਪਾਂ ਬਣਾ ਸਕਦੇ। ਜਿਹੜਾ ਭੋਜਨ ਆਪਾਂ ਨੇ ਖਾ ਲਿਆ ਉਹ ਵਾਪਸ ਨਹੀਂ ਆ ਸਕਦਾ। ਅਗਰ ਲੋਹੇ ਨੂੰ ਜੰਗ ਲੱਗ ਗਈ, ਇਹ ਵੀ ਇੱਕ ਕੈਮੀਕਲ ਪ੍ਰੋਸੈਸ ਹੈ ਜਿਹੜਾ ਪਾਣੀ ਅਤੇ ਹਵਾ ਦੀ ਸੰਪਰਕ ਕਰਕੇ ਹੁੰਦਾ। ਠੀਕ ਹੈ, ਇਹਦੇ ਵਿੱਚ ਹੁਣ ਆਪਾਂ ਨੇ ਯਾਦ ਰੱਖਣਾ ਹੈ ਕਿ ਕੈਮੀਕਲ ਪ੍ਰੋਸੈਸ ਕੀ ਹੁੰਦੇ ਨੇ, ਫਿਜ਼ੀਕਲ ਕੀ ਹੁੰਦੇ ਨੇ। ਮੇਨ ਗੱਲ ਇਹ ਹੈ ਕਿ ਜਿਹੜੇ ਫਿਜ਼ੀਕਲ ਨੇ ਉਹ ਕਿ ਰਿਵਰਸੀਬਲ ਨੇ, ਵਾਪਸ ਹੋ ਸਕਦੇ ਆ। ਇਹ ਇਰਰਿਵਰਸੀਬਲ ਨੇ, ਵਾਪਸ ਨਹੀਂ ਹੋ ਸਕਦੇ। ਜਿਹੜੀ ਚੀਜ਼ ਤੋਂ ਚੱਲੇ ਸੀ ਓਰੀਜਨਲ ਸਬਸਟੈਂਸ ਇਹ ਨਹੀਂ ਬਣਾ ਸਕਦੀ। ਕਲੀਅਰ ਹੈ ਜੀ। ਨੈਕਸਟ ਆਪਣੇ ਕੋਲ ਹੈਗਾ ਐਲੀਮੈਂਟਸ ਐਂਡ ਕੰਪਾਊਂਡਸ। ਐਲੀਮੈਂਟਸ ਅਤੇ ਕੰਪਾਊਂਡ ਆਪਾਂ ਸ਼ੁਰੂ 'ਚ ਡਿਸਕਸ ਕੀਤਾ ਸੀ, ਇੱਕ ਵਾਰੀ ਫੇਰ ਦੇਖਦੇ ਹਾਂ। ਐਲੀਮੈਂਟਸ ਕੀ ਨੇਗੇ, ਬਿਲਡਿੰਗ ਬਲੋਕ ਆਫ ਮੈਟਰ। ਬਿਲਡਿੰਗ ਬਲੋਕ ਮਤਲਬ ਕਿ ਜਿਵੇਂ ਆਪਾਂ ਨੇ ਕੋਈ ਕੰਧ ਬਣਾਉਣੀ ਹੈ, ਠੀਕ ਹੈ, ਉਹਦੇ ਲਈ ਜਿਹੜੀ ਮੇਨ ਚੀਜ਼ ਆਪਾਂ ਨੂੰ ਚਾਹੀਦੀ ਆ ਉਹ ਕੀ ਹੈ, ਐਲੀਮੈਂਟ ਚਾਹੀਦਾ। ਐਲੀਮੈਂਟਸ ਤੋਂ ਮਿਲਾ ਕੇ ਹੀ ਆਪਾਂ ਅੱਗੇ ਕੋਈ ਚੀਜ਼ ਹੋਰ ਬਣਾ ਸਕਦੇ ਹਾਂ। ਜਿਸ ਤਰ੍ਹਾਂ ਨਾਲ ਆਪਾਂ ਕਹਿੰਦੇ ਹਾਂ ਵੀ ਸੈੱਲ, ਬਾਇਓ ਦੇ ਵਿੱਚ ਆਪਾਂ ਪੜ੍ਹਦੇ ਹਾਂ ਸੈੱਲ ਬੇਸਿਕ ਯੂਨਿਟ ਹੈ। ਇਸੇ ਤਰ੍ਹਾਂ ਨਾਲ ਮੈਟਰ ਦੀ ਜਿਹੜੀ ਯੂਨਿਟ ਆ ਉਹ ਕੀ ਹੈ, ਐਲੀਮੈਂਟ ਹੈ। ਠੀਕ ਹੈ, ਇਹਨੂੰ ਆਪਾਂ ਨਾ ਤਾਂ ਤੋੜ ਸਕਦੇ ਹਾਂ, ਇਹਦੇ ਤੋਂ ਆਪਾਂ ਦੋ ਜਾਂ ਦੋ ਨੂੰ ਮਿਲਾ ਕੇ ਕੋਈ ਨਵੀਂ ਚੀਜ਼ ਬਣਾ ਸਕਦੇ ਹਾਂ। ਐਲੀਮੈਂਟ ਨੂੰ ਆਪਾਂ ਹੋਰ ਕਿਸੇ ਪਾਰਟ ਦੇ ਵਿੱਚ ਨਹੀਂ ਤੋੜ ਸਕਦੇ। ਠੀਕ ਹੈ, ਪ੍ਰੈਜੈਂਟਲੀ ਜਿਹੜੇ ਹੈਗੇ ਨੇ 118 ਐਲੀਮੈਂਟਸ ਨੇ, ਜਿਹਦੇ ਵਿੱਚੋਂ ਇਹ ਯਾਦ ਰੱਖਣਾ MCQ ਪੁੱਛਿਆ ਜਾ ਸਕਦਾ ਹੈ 92 ਐਲੀਮੈਂਟਸ ਨੇ ਜਿਹੜੇ ਨੇਚਰ ਦੇ ਵਿੱਚ ਮਿਲਦੇ ਨੇ। ਬਾਕੀ ਜਿਹੜੇ ਸਾਰੇ ਨੇ ਉਹ ਆਪਾਂ ਨੇ ਲੈਬੋਰੇਟਰੀ 'ਚ ਬਣਾਏ ਹੋਏ ਨੇ, ਮੈਨ ਮੇਡ ਨੇ, ਮਤਲਬ ਕਿ ਇਨਸਾਨ ਨੇ, ਸਾਇੰਟਿਸਟ ਵਗੈਰਾ ਨੇ ਬਣਾਏ ਹੋਏ ਨੇ। ਠੀਕ ਹੈ, ਐਲੀਮੈਂਟਸ 3 ਤਰ੍ਹਾਂ ਦੇ ਹੋ ਸਕਦੇ ਆ, ਸੋਲਿਡ ਹੋ ਸਕਦੇ ਆ, ਲਿਕੁਇਡ ਹੋ ਸਕਦੇ ਆ, ਗੈਸਿਸ ਹੋ ਸਕਦੇ ਆ। ਤਾਂ ਸੋਲਿਡ ਦੀਆਂ ਐਗਜ਼ਾਮਪਲਸ ਕੀ ਨੇ, ਜਿਵੇਂ ਸੋਡੀਅਮ, ਕਾਰਬਨ, ਐਲੂਮੀਨੀਅਮ। ਲਿਕੁਇਡ ਦੇ ਕੀ ਨੇ, ਮਰਕਰੀ, ਬਰੋਮਿਨ, ਇਹ ਵਾਲੇ ਨੇ। ਗੈਸਿਸ ਐਲੀਮੈਂਟਸ ਕਿਹੜੇ ਨੇ, ਹੀਲੀਅਮ, ਨਿਓਨ, ਇਸ ਤਰ੍ਹਾਂ ਨਾਲ। ਠੀਕ ਹੈ, ਇਹ ਵਾਲਾ ਯਾਦ ਕਰਨਾ ਆਪਾਂ ਨੇ। ਨੈਕਸਟ ਹੈਗਾ ਆਪਣੇ ਕੋਲੇ ਕੰਪਾਊਂਡ। ਕੰਪਾਊਂਡ ਕੀ ਚੀਜ਼ ਹੈ, ਜਿਹੜੀ ਚੀਜ਼ ਦੋ ਜਾਂ ਦੋ ਤੋਂ ਵੱਧ ਐਲੀਮੈਂਟਾਂ ਤੋਂ ਮਿਲ ਕੇ ਬਣਦੀ ਹੈ। ਠੀਕ ਹੈ, ਵੀ ਆਪਾਂ ਫਿਕਸ ਰੇਸ਼ੋ ਦੇ ਵਿੱਚ ਕੋਈ ਵੀ ਦੋ ਐਲੀਮੈਂਟ ਲੈ ਲਏ ਤਾਂ ਉਹਨਾਂ ਤੋਂ ਜਿਹੜੀ ਨਵੀਂ ਚੀਜ਼ ਬਣੂਗੀ ਉਹ ਕੀ ਹੋਊਗਾ, ਕੰਪਾਊਂਡ ਹੋਊਗਾ। ਠੀਕ ਹੈ, ਫਿਜ਼ੀਕਲ ਕੋਈ ਵੀ ਟਰੀਟਮੈਂਟ ਕਰਕੇ ਜਾਂ ਕੈਮੀਕਲ ਕੋਈ ਵੀ ਟਰੀਟਮੈਂਟ ਕਰਕੇ ਆਪਾਂ ਕੰਪਾਊਂਡ ਬਣਾਉਣੇ ਆ। ਫੋਰ ਐਗਜ਼ਾਮਪਲ ਆਪਾਂ ਨੇ ਵਾਟਰ ਬਣਾਇਆ, ਵਾਟਰ ਦਾ ਕੀ ਫਾਰਮੂਲਾ ਹੁੰਦਾ ਹੈ, H2O। ਠੀਕ ਹੈ, ਹੁਣ ਇਹਦੇ ਵਿੱਚ ਹਾਈਡਰੋਜਨ ਕਿੰਨਾ ਹੈ, ਬਾਏ ਵੇਟ 2 ਹੈ। ਠੀਕ ਹੈ, ਆਕਸੀਜਨ ਕਿੰਨਾ ਹੈ, 16 ਹੈ। ਤਾਂ ਇਹਨਾਂ ਦੀ ਰੇਸ਼ੋ ਕੀ ਹੋ ਗਈ, 1:8। ਤਾਂ ਜਿਹੜਾ ਵਾਟਰ ਹੈ ਉਹ ਚਾਹੇ ਆਪਾਂ ਕਿਸੇ ਤਲਾਬ ਦਾ ਲਈਏ, ਚਾਹੇ ਆਪਣੇ ਘਰੋਂ ਲਈਏ, ਸਮੁੰਦਰ ਦਾ ਲਈਏ, ਜਿੱਥੋਂ ਵੀ ਆਪਾਂ ਵਾਟਰ ਲਵਾਂਗੇ ਉਹਦੇ ਵਿੱਚ ਕੰਪੋਜੀਸ਼ਨ ਕੀ ਹੋਊਗੀ, 1:8 ਹੋਊਗੀ। ਇਹਦਾ ਮਤਲਬ ਕੰਪਾਊਂਡ ਦੇ ਵਿੱਚ ਜਿਹੜੀ ਰੇਸ਼ੋ ਹੁੰਦੀ ਆ ਉਹ ਕੀ ਹੁੰਦੀ ਹੈ, ਫਿਕਸ ਹੁੰਦੀ ਆ, ਹਮੇਸ਼ਾ ਕੀ ਹੁੰਦੀ ਹੈ, ਫਿਕਸ। ਕੰਪਾਊਂਡ ਅਤੇ ਮਿਕਸਚਰ ਦੇ ਵਿੱਚ ਇਹੀ ਡਿਫਰੈਂਸ ਹੈ ਕਿ ਮਿਕਸਚਰ ਦੇ ਵਿੱਚ ਜਿਹੜੀ ਰੇਸ਼ੋ ਫਿਕਸ ਨਹੀਂ ਹੁੰਦੀ ਅਤੇ ਕੰਪਾਊਂਡ ਦੇ ਵਿੱਚ ਪ੍ਰੋਪਰ ਫਿਕਸ ਹੁੰਦੀ ਆ। ਕਲੀਅਰ ਹੈ ਜੀ। ਇਸ ਟੌਪਿਕ ਦੇ ਵਿੱਚ ਆਪਾਂ ਇਹੀ ਪੜ੍ਹਨਾ ਸੀਗਾ, ਐਲੀਮੈਂਟਸ ਬਾਰੇ, ਕੰਪਾਊਂਡਸ ਬਾਰੇ। ਸਾਰੀਆਂ ਟੈਕਨੀਕਸ ਨੂੰ ਅੱਛੀ ਤਰ੍ਹਾਂ ਨਾਲ ਜਾਣ ਲਿਓ। ਅਗਰ ਕਿਸੇ ਨੂੰ ਵੀ ਕੋਈ ਟੌਪਿਕ ਸਮਝ ਨਹੀਂ ਆਇਆ ਜਾਂ ਕਿਸੇ ਦਾ ਕੋਈ ਡਾਊਟ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਲੀਅਰ ਕਰ ਸਕਦੇ ਹੋ।
हाँ जी, वीडियोज़ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ, ਇਸ ਨਾਲ ਹੀ ਮੋਟੀਵੇਸ਼ਨ ਮਿਲਦੀ ਆ। ਠੀਕ ਹੈ, ਵੀਡੀਓਜ਼ ਨੂੰ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ ਐਂਡ ਚੈਨਲ ਨੂੰ ਸਬਸਕ੍ਰਾਈਬ ਕਰੋ। ਬੈਲ ਆਈਕਨ ਦਬਾ ਕੇ ਰੱਖੋ ਤਾਂ ਜੋ ਤੁਹਾਨੂੰ ਹਰੇਕ ਨਿਊ ਵੀਡੀਓ ਦਾ ਅਪਡੇਟ ਮਿਲਦਾ ਰਹੇ। ਥੈਂਕ ਯੂ।